ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਰੂਪਧਾਰਾ ਨਾਵਲ ਦਾ ਤੀਸਰਾ ਲੈਕਚਰ ਲੈ ਕੇ ਆਏ ਹਾਂ। ਇਸ ਲੈਕਚਰ ਦੇ ਵਿੱਚ ਆਪਾਂ ਨਾਵਲ ਦੀ ਕਹਾਣੀ ਜਿਹੜੀ ਅੱਗੇ ਲੈ ਕੇ ਚੱਲਾਂਗੇ। ਦੂਸਰੇ ਲੈਕਚਰ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਕਿ ਕੇਸਰ ਹੈ ਜਿਹੜੀ ਆਪਣੀ ਮਾਂ ਦੇ ਨਾਲ ਅਤੇ ਹੋਰ ਔਰਤਾਂ ਦੇ ਨਾਲ ਹਾਕੀ ਦਾ ਮੈਚ ਦੇਖਣ ਦੇ ਲਈ ਗਰਾਊਂਡ ਦੇ ਵਿੱਚ ਜਾਂਦੀ ਹੈ। ਅਤੇ ਜਿਹੜਾ ਕੇਸਰ ਹੈ ਹਾਕੀ ਦੀ ਇੱਕ ਟੀਮ ਦੇ ਵਿੱਚ ਹਾਕੀ ਦਾ ਜਿਹੜਾ ਮੈਚ ਹੈ ਉਹ ਖੇਡ ਰਿਹਾ। ਹਾਕੀ ਦੇ ਇਸ ਮੈਚ ਦੇ ਦੌਰਾਨ ਕੇਸਰ ਦੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ, ਬਹੁਤ ਮਹਿਮਾ ਗਾਈ ਜਾ ਰਹੀ ਹੈ, ਲੋਕ ਕਾਫੀ ਹੱਲਾਸ਼ੇਰੀ ਦੇ ਰਹੇ ਨੇ ਕੇਸਰ ਨੂੰ। ਅਤੇ ਅੱਜ ਆਪਾਂ ਉਸੇ ਕਹਾਣੀ ਨੂੰ ਅੱਗੇ ਲੈ ਕੇ ਚੱਲਦੇ ਹਾਂ ਜੀ। ਹਾਂਜੀ, ਸ਼ੁਰੂ ਕਰਨ ਜਾ ਰਹੇ ਹਾਂ। ਇੱਕ ਵਾਰ ਕੇਸਰ ਬਾਲ ਨੂੰ ਲੈ ਕੇ ਕੇਡੀ ਵਿੱਚ ਪਹੁੰਚ ਗਿਆ, ਪਰ ਉਸ ਦੀ ਹਿੱਟ ਨੂੰ ਫੌਜੀ ਗੋਲਕੀਪਰ ਨੇ ਰੋਕ ਲਿਆ। ਕੇਸਰ ਦੀ ਬਹੁਤ ਪ੍ਰਸ਼ੰਸਾ ਹੋਈ ਅਤੇ ਉਸਨੇ ਜਗਰੂਪ ਵੱਲ ਵੱਧ ਕੇ ਆਪ ਪ੍ਰਸ਼ੰਸਾ ਮੰਗੀ। ਕੇਸਰ ਦੀ ਬਹੁਤ ਵਡਿਆਈ ਹੋ ਰਹੀ ਸੀ, ਬਹੁਤ ਮਹਿਮਾ ਗਾ ਰਹੇ ਸੀਗੇ ਲੋਕ, ਪਰ ਕੇਸਰ ਹੈ ਜਿਹੜਾ ਉਹ ਜਗਰੂਪ ਦੇ ਮੂੰਹੋਂ ਵੀ ਆਪਣੀ ਪ੍ਰਸ਼ੰਸਾ ਹੈ ਜਿਹੜੀ ਉਹ ਸੁਣਨੀ ਚਾਹੁੰਦਾ ਸੀ, ਪਰ ਉਸਨੇ ਉਸ ਵੱਲ ਨਾ ਵੇਖਿਆ। ਜਿਹੜੀ ਕੇਸਰ ਹੈ ਉਹ ਮਾਲਣ ਤੋਂ ਡਰਦੀ ਉਸ ਵੱਲ ਇੱਕ ਵਾਰ ਦੇਖਦੀ ਵੀ ਨਹੀਂ। ਰੈਫਰੀ ਨੇ ਲੰਮੀ ਵਿਸਲ ਨਾਲ ਮੈਚ ਰੋਕ ਕੇ 5 ਮਿੰਟਾਂ ਮਗਰੋਂ 10 ਮਿੰਟ ਹੋਰ ਦੇ ਦਿੱਤੇ ਤਾਂ ਹੋਰ ਹਾਰ ਜਿੱਤ ਦਾ ਫੈਸਲਾ ਹੋ ਜਾਵੇ, ਪਰ ਮੈਚ ਜਿਉਂ ਦਾ ਤਿਉਂ ਅੜਿਆ ਰਿਹਾ ਅਤੇ ਅੰਤ ਖਤਮ ਕਰਨਾ ਪਿਆ। ਰੈਫਰੀ ਨੇ 5 ਮਿੰਟਾਂ ਦੀ ਰੈਸਟ ਦੇ ਬਾਅਦ 10 ਮਿੰਟ ਮੈਚ ਖੇਡਣ ਦੇ ਲਈ ਹੋਰ ਦਿੱਤੇ ਅਤੇ ਮੈਚ ਹੈ ਜਿਹੜਾ ਉਹਦਾ ਕੋਈ ਫੈਸਲਾ ਹੋਣ ਦੀ ਆਸ ਦੇ ਵਿੱਚ ਸੀ, ਪਰ ਦੋਨੇ ਟੀਮਾਂ ਜ਼ਬਰਦਸਤ ਹੋਣ ਕਰਕੇ ਮੈਚ ਹੈ ਜਿਹੜਾ ਉਹ ਫਸਿਆ ਪਿਆ ਸੀ। ਹਾਂਜੀ, ਅੱਗੇ ਹੈਗੇ ਮਾਲਣ ਦੀ ਸਲਾਹ ਅਨੁਸਾਰ ਜਨਾਨੀਆਂ ਨੇ ਪਹਿਲਾਂ ਮਰਦਾਂ ਨੂੰ ਜਾਣ ਦਿੱਤਾ। ਲੋਕ ਖਿਡਾਰੀਆਂ ਦੀ ਪ੍ਰਸ਼ੰਸਾ ਕਰ ਰਹੇ ਸਨ। ਇੱਕ ਅੰਗਰੇਜ਼ ਨੇ ਕੇਸਰ ਨੂੰ ਫੌਜ ਵਿੱਚ ਲੈਣ 'ਤੇ ਕਮਾਂਡਰ ਬਣਾਉਣ ਦੀ ਪੇਸ਼ਕਸ਼ ਕੀਤੀ, ਪਰ ਕੇਸਰ ਨੇ ਨਾ ਕਰ ਦਿੱਤੀ। ਪ੍ਰਸ਼ੰਸਾ ਨਾਲ ਕੇਸਰ ਨਸ਼ਈ ਹੋਇਆ ਪਿਆ ਸੀ, ਭਾਵ ਕਿ ਚਾਰੇ ਪਾਸੇ ਕੇਸਰ ਦੀ ਵਾਹ ਵਹਾਈ ਹੋ ਰਹੀ ਸੀ, ਚਾਰੇ ਪਾਸੇ ਉਸ ਦੀ ਮਹਿਮਾ ਗਾਈ ਜਾ ਰਹੀ ਸੀ, ਜਿਸ ਦਾ ਨਸ਼ਾ ਕੇਸਰ ਨੂੰ ਪੂਰਾ ਚੜ੍ਹਿਆ ਹੋਇਆ ਸੀ। ਉਹ ਜਗਰੂਪ ਨੂੰ ਆਪਣੀ ਅਹਿਮੀਅਤ ਦਾ ਅਹਿਸਾਸ ਕਰਵਾਉਣਾ ਚਾਹੁੰਦਾ ਸੀ, ਪਰ ਉੱਧਰ ਬਿਲਕੁਲ ਸੁੰਝ ਹੋਈ ਪਈ ਸੀ। ਉੱਧਰ ਜਿਹੜੀ ਜਗਰੂਪ ਉਹ ਬਿਲਕੁਲ ਸੁੰਨ ਹੋਈ ਪਈ ਸੀ, ਉਹ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਉਹ ਨਹੀਂ ਕਰ ਰਹੀ ਸੀ। ਮਾਲਣ ਨੇ ਗੋਰੇ ਅਫਸਰ ਦੀ ਕੇਸਰ ਨਾਲ ਗੱਲਬਾਤ ਸੁਣ ਲਈ ਅਤੇ ਉਹ ਸਭ ਕੁਝ ਟੋਲ ਰਹੀ ਸੀ। ਜਿਹੜੀ ਮਾਲਣ ਹੈ ਉਹ ਗੋਰੇ ਅਫਸਰ ਦੇ ਨਾਲ ਜਦੋਂ ਕੇਸਰ ਗੱਲਬਾਤ ਕਰ ਰਿਹਾ ਸੀ, ਉਹ ਸਾਰੀ ਗੱਲਬਾਤ ਉਸ ਨੂੰ ਸੁਣ ਲੈਂਦੀ ਹੈ ਅਤੇ ਉਹ ਸਭ ਕੁਛ ਟੋਲ ਰਹੀ ਹੈ, ਭਾਵ ਕਿ ਉਹਦੇ ਬਾਰੇ ਹੋਰ ਜਾਂਚ ਪੜਤਾਲ ਹੈ ਜਿਹੜੀ ਉਹ ਕਰ ਰਹੀ ਹੈ ਕੇਸਰ ਦੇ ਬਾਰੇ। ਇਸ ਤੋਂ ਪਿੱਛੋਂ ਮਾਲਣ ਨੇ ਜਗਰੂਪ ਨੂੰ ਕੁਝ ਪੁੱਛਣ ਦੀ ਥਾਂ ਡੂੰਘੀਆਂ ਨਜ਼ਰਾਂ ਨਾਲ ਤਾੜਨਾ ਸ਼ੁਰੂ ਕਰ ਦਿੱਤਾ। ਜਗਰੂਪ ਨੂੰ ਪੂਰਨ ਵਿਸ਼ਵਾਸ ਸੀ ਕਿ ਬੇਜੀ ਉਸ ਨੂੰ ਕੇਸਰ ਬਾਰੇ ਜ਼ਰੂਰ ਪੁੱਛੇਗੀ, ਪਰ ਉਸਨੇ ਵੀ ਚੁੱਪ ਧਾਰੀ ਹੋਈ ਸੀ। ਜਗਰੂਪ ਨੂੰ ਪਛਤਾਵਾ ਸੀ ਕਿ ਉਹ ਕੇਸਰ ਨੂੰ ਦੇਖ ਕੇ ਮੁਸਕਰਾਈ ਕਿਉਂ ਸੀ। ਉਹ ਮਰ ਜਾਣਾ ਚਾਹੁੰਦੀ ਸੀ। ਉਹ ਪਿਛਵਾੜੇ ਆ ਕੇ ਰੋਣ ਲੱਗ ਪਈ। ਜਦੋਂ ਉਹ ਉਸ ਨੂੰ ਦੇਖ ਕੇ ਕੇਸਰ ਦਾ ਖਿਆਲ ਆਇਆ ਤਾਂ ਉਹ ਫਿਰ ਅੰਦਰ ਆ ਗਈ। ਮਾਲਣ ਰਸੋਈ ਦੀ ਖਿੜਕੀ ਵਿੱਚੋਂ ਉਸ ਨੂੰ ਆਉਂਦਿਆਂ ਦੇਖ ਕੇ ਪਿਛਾਂਹ ਹਟ ਗਈ। ਮਾਲਣ ਨੇ ਅੱਜ ਉਸ ਨੂੰ ਬੁਲਾਇਆ ਨਾ, ਪਰੰਤੂ ਗੁੱਸੇ ਉੱਤੇ ਵੀ ਉਸ ਦਾ ਕਾਬੂ ਸੀ। ਮਾਲਣ ਹੈ ਜਿਹੜੀ ਉਹ ਉਸ ਨੂੰ ਬਿਲਕੁਲ ਨਹੀਂ ਬੁਲਾਉਂਦੀ, ਭਾਵ ਕਿ ਉਹਦੀ ਮਾਂ ਕਹਿ ਲਓ ਜਾਂ ਤੁਸੀਂ ਭੂਆ ਕਹੋ, ਹੈ ਨਾ, ਉਹ ਆਪਣੇ ਗੁੱਸੇ ਦੇ ਉੱਤੇ ਕਾਬੂ ਰੱਖਦੀ ਹੈ। ਉਸ ਨੂੰ ਕੋਈ ਗੱਲਬਾਤ ਹੈ ਜਿਹੜੀ ਉਹ ਕੇਸਰ ਦੇ ਬਾਰੇ ਨਹੀਂ ਪੁੱਛਦੀ। ਖਿਆਲਾਂ ਦੀ ਖਿੱਚੋਤਾਣ ਵਿੱਚ ਉਹ ਇੱਕ ਵਾਰੀ ਫਿਰ ਪਿਛਵਾੜੇ ਚਲੀ ਗਈ। ਉਸ ਨੂੰ ਗੁਲਾਬ ਦੇ ਫੁੱਲਾਂ ਦੀ ਵਾੜ ਉੱਤੋਂ ਕੇਸਰ ਦਿਸ ਪਿਆ। ਉਸਨੇ ਹੌਂਸਲਾ ਕਰਕੇ ਜਗਰੂਪ ਨੂੰ ਕਿਹਾ ਕਿ ਉਹ ਸਾਰੀ ਰਾਤ ਬੇਚੈਨ ਰਿਹਾ ਹੈ। ਉਸਨੇ ਉਸ ਨੂੰ ਪੁੱਛਿਆ ਕਿ ਕੀ ਉਹ ਸੱਚੇ ਦਿਲੋਂ ਮੁਸਕਰਾਈ ਸੀ। ਜਗਰੂਪ ਨੇ ਉਸ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਅਤੇ ਉਹ ਮਾਯੂਸ ਹੋ ਕੇ ਮੁੜ ਗਿਆ। ਇਸੇ ਸਮੇਂ ਮਾਲਣ ਨੇ ਉਸ ਨੂੰ ਰੁਕਣ ਲਈ ਕਿਹਾ ਅਤੇ ਫਿਰ ਉਹ ਠਰ੍ਹੰਮੇ ਭਰੀ ਆਵਾਜ਼ ਨਾਲ ਉਸ ਦਾ ਨਾਂ ਪੁੱਛਿਆ। ਕੇਸਰ ਨੇ ਉਸ ਨੂੰ ਆਪਣੇ ਮਾਤਾ ਜੀ ਵਰਗੇ ਦੱਸਦਿਆਂ ਕਿਹਾ ਕਿ ਉਹ ਉਸ ਦੀ ਧੀ ਬਿਲਕੁਲ ਨਿਰਦੋਸ਼ ਹੈ ਅਤੇ ਉਸਨੇ ਉਸ ਤੋਂ ਮਾफ़ੀ ਮੰਗੀ, ਪਰ ਮਾਲਣ ਦੇ ਮਜਬੂਰ ਕਰਨ 'ਤੇ ਉਸਨੇ ਆਪਣਾ ਅਤੇ ਆਪਣੇ ਪਿਤਾ ਦਾ ਨਾਮ ਦੁੱਲਾ ਸਿੰਘ ਦੱਸਿਆ ਅਤੇ ਪਿੰਡ ਸ਼ੇਰੇਆਣਾ ਦੱਸਦਿਆਂ ਕਿਹਾ
ਕਿ ਉਹ ਕਾਲਜ ਵਿੱਚ ਪੜ੍ਹਦਾ ਹੈ। ਹਾਂਜੀ, ਹੁਣ ਜਿਹੜੀ ਮਾਲਣ ਹੈ ਉਹ ਕੇਸਰ ਨੂੰ ਉਸਦਾ ਨਾਮ ਪੁੱਛਦੀ ਹੈ, ਅਤੇ ਜਦੋਂ ਕੇਸਰ ਦੇ ਨਾਲ ਉਹਦੀ ਗੱਲਬਾਤ ਹੁੰਦੀ ਹੈ ਤਾਂ ਕੇਸਰ ਉਸ ਨੂੰ ਕਹਿੰਦਾ ਹੈ ਵੀ ਤੁਹਾਡੀ ਧੀ ਹੈ ਜਿਹੜੀ ਉਹ ਬਿਲਕੁਲ ਨਿਰਦੋਸ਼ ਹੈ, ਉਸਨੇ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਕੰਮ ਹੈ ਜਿਹੜਾ ਉਹ ਨਹੀਂ ਕੀਤਾ। ਪਰ ਫਿਰ ਵੀ ਜਦੋਂ ਮਾਲਣ ਉਸ ਨੂੰ ਮਜਬੂਰ ਕਰਦੀ ਹੈ ਤਾਂ ਉਹ ਆਪਣਾ ਨਾਮ ਕੇਸਰ ਅਤੇ ਆਪਣੇ ਪਿਤਾ ਦਾ ਨਾਮ ਦੁੱਲਾ ਸਿੰਘ ਪਿੰਡ ਸ਼ੇਰਿਆਣਾ ਦੱਸਦਾ ਹੈ ਅਤੇ ਕਹਿੰਦਾ ਵੀ ਉਹ ਕਾਲਜ ਦੇ ਵਿੱਚ ਪੜ੍ਹਾਈ ਜਿਹੜੀ ਉਹ ਕਰ ਰਿਹਾ। ਮਾਲਣ ਨੇ ਉਸ ਨੂੰ ਕਿਹਾ ਕਿ ਉਹ ਮੁੜ ਕੇ ਇੱਥੇ ਨਾ ਆਵੇ। ਵਾਪਸ ਆ ਕੇ ਮਾਲਣ ਨੇ ਦੇਖਿਆ ਕਿ ਜਗਰੂਪ ਨੇ ਆਪਣੇ ਕੱਪੜਿਆਂ ਉੱਤੇ ਪੈਟਰੋਲ ਪਾ ਲਿਆ ਸੀ ਅਤੇ ਉਹ ਤੀਲੀ ਬਾਲਣ ਵਾਲੀ ਹੀ ਸੀ ਕਿ ਮਾਲਣ ਨੇ ਵਾਸਤਾ ਪਾ ਕੇ ਉਸ ਨੂੰ ਰੋਕ ਦਿੱਤਾ। ਆਪਣੇ ਭਰਾ ਅਤੇ ਪਿਤਾ ਦੇ ਆਉਣ ਤੋਂ ਪਹਿਲਾਂ ਕੱਪੜੇ ਬਦਲਣ ਲਈ ਕਿਹਾ। ਉਸ ਨੂੰ ਅੰਦਰ ਖਿੱਚ ਕੇ ਲੈ ਗਈ। ਮਾਲਣ ਨੇ ਉਸ ਨੂੰ ਹੌਸਲਾ ਦਿੱਤਾ ਕਿ ਫਿਰ ਇਸ ਤਰ੍ਹਾਂ ਦੀ ਘਟਨਾ ਨੂੰ ਕਦੇ ਕਿਸੇ ਨੂੰ ਸੂਹ ਤੱਕ ਨਾ ਲੱਗਣ ਦੇਵੇ। ਇਸ ਪਿੱਛੋਂ ਮਾਲਣ ਦੀ ਜਗਰੂਪ ਬਾਰੇ ਚੌਕਸੀ ਵੱਧ ਗਈ। ਉਹ ਉਸ ਦੀਆਂ ਸਹੇਲੀਆਂ ਵਰਗੀ ਬਣ ਗਈ, ਭਾਵ ਕਿ ਉਹ ਹਮੇਸ਼ਾ ਉਸਦੇ ਦੋਸਤਾਂ ਵਾਂਗ ਉਸਦੇ ਨਾਲ ਰਹਿਣ ਲੱਗੀ, ਹਮੇਸ਼ਾ ਚੌਕਸ ਹੋ ਕੇ ਉਸਦੇ ਬਾਰੇ ਖਿਆਲ ਰੱਖਦੀ ਸੀ ਮਾਲਣ। ਉਹ ਉਸਦੇ ਵਿਆਹ ਬਾਰੇ ਵੀ ਹੋਰ ਗੰਭੀਰਤਾ ਨਾਲ ਸੋਚਣ ਲੱਗ ਪਈ। ਇੱਕ ਦਿਨ ਮਾਲਣ ਜਗਰੂਪ ਨੂੰ ਲੈ ਕੇ ਆਪਣੇ ਮਾਪਿਆਂ ਦੇ ਘਰ ਢਿੱਲਵੀਂ ਪਹੁੰਚੀ। ਉਹਨਾਂ ਦੇ ਆਉਣ ਨਾਲ ਗੁਲਜ਼ਾਰੇ ਅਤੇ ਦੀਪੋ ਦੀਆਂ ਗੱਲਾਂ ਮੁੜ ਸ਼ੁਰੂ ਹੋ ਗਈਆਂ ਸਨ। ਸਾਰੀਆਂ ਆਂਢਣਾਂ ਗੁਆਂਢਣਾਂ ਜਗਰੂਪ ਨੂੰ ਹਿੱਕ ਨਾਲ ਲਾ ਕੇ ਪਿਆਰ ਨਾਲ ਮਿਲੀਆਂ। ਨਾਲ ਹੀ ਉਹ ਉਸ ਦੀ ਪਾਲਣਾ ਕਰਨ ਵਾਲੀ ਮਾਲਣ ਦੀ ਪ੍ਰਸ਼ੰਸਾ ਕਰ ਰਹੀਆਂ ਸਨ। ਜਗਰੂਪ ਆਪਣੇ ਮਾਪਿਆਂ ਦਾ ਘਰ ਵੇਖ ਕੇ ਅਤੇ ਉਹਨਾਂ ਨੂੰ ਯਾਦ ਕਰਕੇ ਰੋਣ ਲੱਗ ਪਈ। ਮਾਲਣ ਨੇ ਆ ਕੇ ਉਸ ਨੂੰ ਚੁੱਪ ਕਰਾਉਂਦਿਆਂ ਦਿਲਾਸਾ ਦਿੱਤਾ। ਮਾਲਣ ਨੇ ਜਗਰੂਪ ਤੋਂ ਚੋਰੀ ਆਪਣੇ ਭਰਾਵਾਂ ਨੂੰ ਕਿਹਾ ਕਿ ਉਸਨੇ ਉਸ ਦਾ ਵਿਆਹ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਕਰਨਾ। ਉਸਦੇ ਭਰਾ ਹਰੀ ਸਿੰਘ ਨੇ ਕਿਹਾ ਕਿ ਉਹ ਜੋ ਕਰੇਗੀ ਉਹ ਉਸ ਤੋਂ ਨਾ ਨਹੀਂ ਕਰਨਗੇ। ਮਾਲਣ ਤਾਂ ਉਸ ਨੂੰ ਉਸੇ ਵੇਲੇ ਹੀ ਲਿਜਾਣਾ ਚਾਹੁੰਦੀ ਸੀ, ਪਰੰਤੂ ਹਰੀ ਸਿੰਘ ਨੇ ਕਿਹਾ ਕਿ ਉਹ ਹਾੜੀ ਵਢਾ ਕੇ 4 ਦਿਨਾਂ ਤੱਕ ਆਵੇਗਾ। ਹਰੀ ਸਿੰਘ ਇਕਰਾਰ ਅਨੁਸਾਰ ਆ ਗਿਆ। ਮਾਲਣ ਦੀ ਇੱਛਾ ਅਨੁਸਾਰ ਸ਼ੇਰਿਆਣੇ ਜਾ ਕੇ ਕੇਸਰ ਬਾਰੇ ਪਤਾ ਕਰ ਆਇਆ। ਬੂੜ ਸਿੰਘ ਉਹਨਾਂ ਨੂੰ ਜਗਰੂਪ ਦੇ ਸਾਕ ਬਾਰੇ ਘੁਸਰ ਮੁਸਰ ਕਰਦਿਆਂ ਵੇਖ ਕੇ ਜ਼ਰਾ ਗੁੱਸੇ ਵਿੱਚ ਸੀ, ਪਰ ਜਦੋਂ ਹਰੀ ਸਿੰਘ ਨੇ ਉਸ ਨਾਲ ਕੇਸਰ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਮੁੰਡੇ ਨੇ 12ਵੀਂ ਜਮਾਤ ਦਾ ਇਮਤਿਹਾਨ ਦਿੱਤਾ ਹੈ, ਘਰ ਪੱਕਾ ਅਤੇ ਹਵੇਲੀ ਖੁੱਲ੍ਹੀ ਡੁੱਲੀ ਹੈ, ਉਸ ਦਾ ਵੱਡਾ ਭਰਾ ਖੇਤੀ ਕਰਦਾ ਹੈ ਅਤੇ ਉਸ ਮੁੰਡੇ ਦੇ ਹਿੱਸੇ 18-19 ਘੁਮਾਂ ਜ਼ਮੀਨ ਆਉਂਦੀ ਹੈ, ਤਾਂ ਬੂੜ ਸਿੰਘ ਨੇ ਗੁੱਸਾ ਪ੍ਰਗਟ ਕਰਦਿਆਂ ਹਾਮੀ ਭਰ ਦਿੱਤੀ। ਹਰੀ ਸਿੰਘ ਨੇ ਕਿਹਾ ਕਿ ਉਹ ਉਹਨਾਂ ਤੋਂ ਬਿਨਾਂ ਸਾਕ ਬਿਲਕੁਲ ਨਹੀਂ ਕਰਨਾ ਚਾਹੁੰਦਾ। ਅੰਤ ਬੂੜ ਸਿੰਘ ਨੇ ਇਸ ਸਾਕ ਸੰਬੰਧੀ ਆਪਣੀ ਰਜ਼ਾਮੰਦੀ ਦੇ ਦਿੱਤੀ। ਹਾਂਜੀ, ਹੁਣ ਜਗਰੂਪ ਦੇ ਰਿਸ਼ਤੇ ਦੀਆਂ ਗੱਲਾਂ ਚੱਲ ਰਹੀਆਂ ਨੇ ਅਤੇ ਜਿਹੜੀ ਮਾਲਣ ਹੈ ਉਹ ਆਪਣੇ ਪੇਕੇ ਘਰ ਜਾ ਕੇ ਆਪਣੇ ਤਾਏ ਚਾਚਿਆਂ ਦੇ ਜਿਹੜੇ ਮੁੰਡੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੀ ਹੈ ਕਿ ਮੈਂ ਹੁਣ ਜਗਰੂਪ ਦਾ ਰਿਸ਼ਤਾ ਜਿਹੜਾ ਉਹ ਕਰਨਾ, ਪਰ ਕਰਨਾ ਤੁਹਾਡੀ ਇੱਛਾ ਦੇ ਅਨੁਸਾਰ ਹੀ ਹੈ, ਜੋ ਤੁਸੀਂ ਕਹੋਗੇ ਉਵੇਂ ਹੀ ਕਰਨਾ। ਅਤੇ ਉਹਦਾ ਭਰਾ ਹਰੀ ਸਿੰਘ ਹੈ ਜਿਹੜਾ ਕਹਿੰਦਾ ਵੀ ਮੈਂ ਹਾੜੀ ਵਢਾ ਕੇ 2-4 ਦਿਨਾਂ ਦੇ ਬਾਅਦ ਆਵਾਂਗਾ। ਉਹ ਇਕਰਾਰ ਦੇ ਅਨੁਸਾਰ ਆ ਕੇ ਸ਼ੇਰਿਆਣੇ ਪਿੰਡ ਜਾ ਕੇ ਕੇਸਰ ਦੇ ਘਰ ਦਾ ਪਤਾ ਲਗਾਉਂਦਾ, ਕੇਸਰ ਬਾਰੇ ਜਿਹੜੀ ਜਾਂਚ ਪੜਤਾਲ ਹੈ ਉਹ ਕਰਦਾ ਅਤੇ ਫਿਰ ਆ ਕੇ ਬੂੜ ਸਿੰਘ ਦੇ ਨਾਲ ਗੱਲਬਾਤ ਹੁੰਦੀ ਹੈ। ਬੂੜ ਸਿੰਘ ਜ਼ਰਾ ਗੁੱਸਾ ਪ੍ਰਗਟ ਕਰਦਿਆਂ ਸਾਰੀ ਗੱਲਬਾਤ ਸੁਣ ਕੇ ਉਹਨਾਂ ਦੇ ਨਾਲ ਜਿਹੜੀ ਸਹਿਮਤੀ ਹੈ ਉਹ ਪ੍ਰਗਟ ਕਰਦਾ ਹੈ। ਹਾਂਜੀ, ਹੁਣ ਜਗਰੂਪ ਦਾ ਵਿਆਹ ਦਿਨੋਂ ਦਿਨ ਨੇੜੇ ਆ ਰਿਹਾ ਸੀ। ਮਾਲਣ ਲਈ ਇਹ ਵਿਆਹ ਮਹਾਨ ਰੂਹਾਨੀ ਜਿੱਤ ਸੀ, ਜਿਸ ਉੱਤੇ ਉਸਨੇ ਆਪਣੀ ਰਾਸ ਲਾ ਦਿੱਤੀ ਸੀ, ਭਾਵ ਕਿ ਉਸਨੇ ਆਪਣੀ ਸਾਰੀ ਜ਼ਿੰਦਗੀ ਇਸ ਦੇ ਉੱਤੇ ਲਗਾ ਦਿੱਤੀ ਸੀ। ਇਹ ਵਿਆਹ ਸਤਵੰਤ ਦੇ ਵਿਆਹ ਤੋਂ ਵੀ ਸ਼ਾਨਦਾਰ ਨਹੀਂ ਸੀ ਤਾਂ ਘੱਟ ਵੀ ਨਹੀਂ ਸੀ ਕਿਸੇ ਤਰ੍ਹਾਂ। ਕਹਿੰਦੇ ਜੇ ਇਹ ਸਤਵੰਤ ਕੌਰ ਦੇ ਵਿਆਹ ਦੇ ਨਾਲੋਂ ਸ਼ਾਨਦਾਰ ਨਹੀਂ ਸੀ ਤਾਂ ਉਸ ਤੋਂ ਕਿਸੇ ਵੀ ਤਰ੍ਹਾਂ ਘੱਟ ਵੀ ਨਹੀਂ ਸੀ, ਭਾਵ ਕਿ ਉਹ ਤੋਂ ਕਿਸੇ ਚੀਜ਼ ਦੀ ਕਮੀ ਵੀ ਨਹੀਂ ਸੀ ਉਸ ਦੇ ਵਿਆਹ ਦੇ ਵਿੱਚ। ਪਰ ਬੂੜ ਸਿੰਘ ਅੰਦਰੋਂ ਅੰਦਰੀ ਕੁੜ ਰਿਹਾ ਸੀ। ਜਗਰੂਪ ਦਾ ਜੀਜਾ ਮੋਹਨ ਸਿੰਘ ਸ਼ਰਾਬ ਪੀ ਕੇ ਬਕੜਵਾਹ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਲਾਲ ਖੋਤੇ ਦੇ ਗਲ ਪੈ ਗਿਆ ਹੈ। ਉਸਨੇ ਥੋੜ੍ਹੀ ਸ਼ਰਾਬ ਹੋਰ ਚੜ੍ਹ ਜਾਣ 'ਤੇ ਆਪਣੇ ਨੌਕਰ ਦੇ ਥੱਪੜ ਮਾਰੇ ਅਤੇ ਗਾਲਾਂ ਕੱਢਦਾ
ਮੰਜੇ ਉੱਤੇ ਲੁਟਕ ਗਿਆ। ਦੁੱਲਾ ਸਿੰਘ ਤਿੰਨੇ ਦਿਨ ਸ਼ਰਾਬ ਨਾਲ ਰੱਜਿਆ ਰਿਹਾ। ਵਿਦਾ ਹੁੰਦਿਆਂ ਜਗਰੂਪ ਮਾਲਣ ਦੇ ਗਲ ਲੱਗ ਕੇ ਖੂਬ ਰੋਈ। ਉਹ ਬਿਲਕਦੀ ਪੁਕਾਰ ਕੇ ਕਹਿ ਰਹੀ ਸੀ ਕਿ ਮਾਲਣ ਨੇ ਜੋ ਕੁਝ ਉਸ ਲਈ ਕੀਤਾ ਉਹ 100 ਜਨਮਾਂ ਤੱਕ ਵੀ ਨਹੀਂ ਮੋੜ ਸਕਦੀ। ਭਾਵ ਕਿ ਉਹ ਉਸਦੇ ਅਹਿਸਾਨਾਂ ਨੂੰ ਯਾਦ ਕਰ ਰਹੀ ਸੀ ਕਿ ਉਸਨੇ ਕਿਸ ਤਰ੍ਹਾਂ ਉਸ ਨੂੰ ਪਾਲਿਆ, ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਉਸ ਦਾ ਸਾਥ ਦਿੱਤਾ। ਦੁੱਲਾ ਸਿੰਘ ਸ਼ੇਰਿਆਣੇ ਪਿੰਡ ਦਾ ਮੰਨਿਆ ਦੰਨਿਆ ਆਦਮੀ ਸੀ। ਪਹਿਲੀ ਉਮਰ ਵਿੱਚ ਥੋੜ੍ਹੀਆਂ ਬਹੁਤੀਆਂ ਖਰਾਬੀਆਂ ਕਰਕੇ ਉਸਨੇ ਛੇਤੀ ਹੀ ਸੁਰਤ ਫੜ ਲਈ ਸੀ। ਇੱਕ ਵਾਣੀਏ ਨਾਲ ਯਾਰੀ ਕਰਕੇ ਉਸਨੇ ਪੈਸੇ ਕਮਾਉਣ ਦਾ ਢੰਗ ਵੀ ਸਿੱਖ ਲਿਆ ਸੀ। ਉਸਨੇ ਉਸਦੀ ਯਾਰੀ ਨਾਲ ਰਕਮਾਂ ਵਿਆਜ ਉੱਤੇ ਦੇ ਕੇ ਡੇਢੀਆਂ ਸਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਪੰਚਾਇਤ ਦਾ ਮੈਂਬਰ ਅਤੇ ਜ਼ੋਰ ਵਾਲਾ ਜੱਟ ਹੋਣ ਕਰਕੇ ਉਸਦੀ ਕੋਈ ਸਾਮੀ ਨਹੀਂ ਸੀ ਭਰਦਾ। 2 ਧੀਆਂ ਤੇ ਵੱਡੇ ਪੁੱਤਰ ਰਤਨ ਸਿੰਘ ਨੂੰ ਉਹ ਪਹਿਲਾਂ ਹੀ ਵਿਆਹ ਚੁੱਕਾ ਸੀ। ਕੇਸਰ ਦਾ ਵਿਆਹ ਕਰਕੇ ਉਸਨੇ ਭਾਈਚਾਰੇ ਵਿੱਚ ਬਹੁਤ ਜਸ ਖੱਟਿਆ ਸੀ। ਉਸਨੂੰ ਕੇਸਰ ਦੇ ਹੋਣਹਾਰ ਹੋਣ ਬਾਰੇ ਕੋਈ ਸ਼ੱਕ ਨਹੀਂ ਸੀ। ਇਸ ਕਰਕੇ ਉਸਨੇ ਉਸਨੂੰ ਹੋਰ ਪੜ੍ਹਾ ਲਿਆ। ਉਹ ਦਿਲੋਂ ਬਹੁਤ ਰੰਗੀਨ ਸੀ। ਕੇਸਰ ਦੀ ਮਾਂ ਜੈ ਕੌਰ ਜਗਰੂਪ ਦਾ ਘੁੰਡ ਚੁੱਕਣ ਮਗਰੋਂ ਬਹੁਤ ਖੁਸ਼ ਹੋਈ ਸੀ। ਉਂਝ ਉਹ ਕਿਸੇ ਪੁਰਾਣੀ ਬਿਮਾਰੀ ਦਾ ਸ਼ਿਕਾਰ ਸੀ। ਵਿਆਹ ਦੀ ਖੁਸ਼ੀ ਵਿੱਚ ਸ਼ਰਾਬ ਪੀਣ ਵਾਲੀਆਂ ਢਾਣੀਆਂ ਹਵੇਲੀ ਵਿੱਚ ਜੁੜੀਆਂ ਹੋਈਆਂ ਸਨ। ਕੇਸਰ ਸਭ ਤੋਂ ਸੇਵਾ ਪੁੱਛ ਰਿਹਾ ਸੀ। ਕੇਸਰ ਦੇ ਮਿੱਤਰ ਜਗਰੂਪ ਦੇ ਹੁਸਨ ਦੀ ਤਾਰੀਫ ਕਰ ਰਹੇ ਸਨ। ਕੇਸਰ ਆਪਣੇ ਹਾਣੀਆਂ ਵਿੱਚੋਂ ਨਿਕਲ ਕੇ ਖੂਹ ਉੱਤੇ ਆ ਗਿਆ। ਉਹ ਨੈਣ ਦੀ ਹੋਂਦ ਕਾਰਨ ਜਗਰੂਪ ਨੂੰ ਚੱਜ ਨਾਲ ਵੇਖ ਵੀ ਨਹੀਂ ਸੀ ਸਕਿਆ। ਅਗਲੇ ਦਿਨ ਉਹ ਮਕਲਾਵਾ ਲੈਣ ਲਈ ਨੂਰਪੁਰ ਗਿਆ। ਉੱਥੇ ਸਤਵੰਤ ਛੰਦ ਸੁਣਾਉਣ ਲਈ ਜਿੱਦ ਕਰਦੀ ਰਹੀ। ਰਾਤ ਨੂੰ ਮਨਮੋਹਨ ਤੇ ਹਰਨੇਕ ਨੇ ਉਸ ਨੂੰ ਸ਼ਰਾਬ ਪਿਲਾਉਣੀ ਚਾਹੀ, ਪਰੰਤੂ ਉਸਨੇ ਨਾ ਪੀਤੀ, ਜਿਸ ਤੋਂ ਜਗਰੂਪ ਬਹੁਤ ਖੁਸ਼ ਹੋਈ। ਕੇਸਰ ਮੁਕਲਾਵਾ ਲੈ ਕੇ ਆਪਣੇ ਪਿੰਡ ਆ ਗਿਆ। ਉਸ ਦੀ ਖਰਾਂਟ ਭਾਬੀ ਤੇਜ ਕੌਰ, ਜਿਸ ਦੇ ਚਰਿੱਤਰ ਕਰਕੇ ਕੇਸਰ ਉਸ ਨੂੰ ਨਫ਼ਰਤ ਕਰਦਾ ਸੀ, ਨਾਲ ਹੀ ਉਸ ਦੀ ਜਗਰੂਪ ਨਾਲ ਪਹਿਲੀ ਮਿਲਣੀ ਸੰਬੰਧੀ ਹਾਸੇ ਮਖੌਲ ਭਰੀ ਗੱਲਬਾਤ ਹੋਈ। ਰਾਤ ਨੂੰ ਤੇਜੋ ਨੇ ਦੋਹਾਂ ਦੀ ਮਿਲਣੀ ਦਾ ਪ੍ਰਬੰਧ ਕਰ ਦਿੱਤਾ ਤੇ ਉਹਨਾਂ ਆਪਣੇ ਪਿਆਰ ਨਾਲ ਸੰਬੰਧਿਤ ਪੁਰਾਣੀਆਂ ਗੱਲਾਂ ਸਾਂਝੀਆਂ ਕੀਤੀਆਂ। ਜਗਰੂਪ ਨੂੰ ਸਹੁਰੇ ਘਰ ਆਇਆਂ 6 ਮਹੀਨੇ ਹੋ ਗਏ ਸਨ। ਘਰ ਦੇ ਸਾਰੇ ਜੀਆਂ ਨੇ ਉਸ ਨੂੰ ਹੱਥਾਂ ਉੱਤੇ ਚੁੱਕ ਲਿਆ ਸੀ। ਉਹ ਮਸ਼ੀਨ ਉੱਤੇ ਕੱਪੜੇ ਸਿਉਣ ਤੇ ਸਵੈਟਰ ਬੁਣਨ ਤੋਂ ਇਲਾਵਾ ਹੋਰ ਸਾਰੇ ਕੰਮ ਵੀ ਕਰਦੀ ਸੀ। ਉਸਨੇ ਸੱਸ ਸਹੁਰੇ ਦੀ ਵੀ ਬਹੁਤ ਸੇਵਾ ਕੀਤੀ। ਦੁੱਲਾ ਸਿੰਘ ਉਸ ਦੀ ਸੇਵਾ ਤੋਂ ਬਹੁਤ ਜ਼ਿਆਦਾ ਖੁਸ਼ ਸੀ। ਤੇਜੋ ਆਪਣੇ ਨਾਂ ਮੁਤਾਬਕ ਹੀ ਬਹੁਤ ਚਲਾਕ ਸੀ। ਉਹ ਉਸ ਦੇ ਕੰਮਾਂ ਵਿੱਚ ਨੁਕਸ ਕੱਢਦੀ ਰਹਿੰਦੀ। ਜਗਰੂਪ ਨੇ ਜਾਣ ਲਿਆ ਸੀ ਕਿ ਅਸਲ ਵਿੱਚ ਉਹ ਉਸ ਨਾਲ ਸਾੜਾ ਕਰਦੀ ਹੈ। ਉਸਨੇ ਆਪਣੇ ਨਫ਼ਰਤ ਦੀ ਥਾਂ ਉਸ ਨੂੰ ਸੁਘੜਪਣ ਨਾਲ ਪਛਾੜਨਾ ਠੀਕ ਸਮਝਿਆ। ਪਹਿਲਾਂ ਘਰ ਵਿੱਚ ਤੇਜੋ ਦੀ ਮੰਨੀ ਜਾਂਦੀ ਸੀ, ਪਰ ਹੁਣ ਪਾਸਾ ਪਰਤਦਾ ਜਾ ਰਿਹਾ ਸੀ। ਜਗਰੂਪ ਦੇ ਪਿਆਰ ਦਾ ਪਾਤਰ ਘਰ ਵਿੱਚ ਇੱਕ ਹੋਰ ਜੀਅ ਵੀ ਸੀ ਤੇ ਉਹ ਕੇਸਰ ਦਾ ਸਕੂਲ ਵਿੱਚ ਪੜ੍ਹਦਾ ਛੋਟਾ ਭਰਾ ਤਾਰਾ, ਜਿਸ ਲਈ ਉਸ ਦੀਆਂ ਅੱਖਾਂ ਵਿੱਚ ਵੀਰ ਪਿਆਰ ਭਰ ਆਉਂਦਾ। ਕੇਸਰ ਦਾ ਇੱਕ ਛੋਟਾ ਭਰਾ ਹੋਰ ਵੀ ਸੀ ਜਿਸ ਦਾ ਨਾਮ ਹੈ ਤਾਰਾ, ਤੇ ਉਹ ਵੀਰ ਪਿਆਰ, ਠੀਕ ਹੈ ਨਾ, ਭਾਵ ਕਿ ਜਗਰੂਪ ਨੂੰ ਇੱਕ ਭਰਾ ਦੀ ਤਰ੍ਹਾਂ ਪਿਆਰ ਕਰਦਾ ਸੀ ਤੇ ਉਹਦੀਆਂ ਅੱਖਾਂ ਦੇ ਵਿੱਚ ਇੱਕ ਭਰਾ ਵਾਲਾ ਪਿਆਰ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਪੇਸ਼ ਹੁੰਦਾ ਸੀ, ਰੜਕਦਾ ਸੀ। ਜਗਰੂਪ ਦੀ ਮਿਹਨਤ ਸੁਘੜਤਾ ਦੇ ਘਰ ਵਿੱਚ ਮਾਣ ਮਰਤਬੇ ਨੂੰ ਦੇਖ ਕੇ ਕੇਸਰ ਬਹੁਤ ਖੁਸ਼ ਹੋਈ ਸੀ। ਉਹ ਸਮਝਦੀ ਸੀ ਕਿ ਬਸ BA ਕਰਨ ਦੀ ਦੇਰ ਹੈ, ਫਿਰ ਉਹ ਕਿਸੇ ਨੌਕਰੀ 'ਤੇ ਲੱਗ ਕੇ ਸ਼ਹਿਰ ਵਿੱਚ ਰਹਿ ਕੇ ਉਸ ਨੂੰ ਖੂਬ ਐਸ਼ ਕਰਾਏਗਾ। ਜਿਹੜਾ ਕੇਸਰ ਹੈ ਉਹ ਬਹੁਤ ਜ਼ਿਆਦਾ ਖੁਸ਼ ਸੀ। ਉਹ ਸੋਚਦਾ ਸੀ ਕਿ BA ਪਾਸ ਕਰਨ ਤੋਂ ਬਾਅਦ ਉਹ ਜਗਰੂਪ ਨੂੰ ਅਤੇ ਆਪਣੇ ਪਰਿਵਾਰ ਨੂੰ ਖੂਬ ਐਸ਼ ਹੈ ਜਿਹੜੀ ਉਹ ਕਰਾਏਗਾ, ਭਾਵ ਕਿ ਚੰਗਾ ਚੋਖਾ ਪੈਸਾ ਜਿਹੜਾ ਉਹ ਕਮਾਉਣ ਲੱਗ ਜਾਏਗਾ। ਅਤੇ ਹੁਣ ਉਹ ਸਕੂਲ ਤੋਂ ਸਿੱਧਾ ਘਰ ਆਉਂਦਾ ਅਤੇ ਸਾਥੀਆਂ ਦੇ ਕਹਿਣ 'ਤੇ ਵੀ ਹਾਕੀ ਖੇਡਣ ਲਈ ਨਾ ਰੁਕਦਾ।
ਕੇਸਰ ਸਾਥੀਆਂ ਦੇ ਮੂੰਹੋਂ ਜਗਰੂਪ ਦੀ ਸੁੰਦਰਤਾ ਦੀ ਪ੍ਰਸ਼ੰਸਾ ਸੁਣ ਕੇ ਉਸ ਦੇ ਪਿਆਰ ਵਿੱਚ ਗੜੂੰਦ ਹੋ ਜਾਂਦਾ। ਜਗਰੂਪ ਚਾਹੁੰਦੀ ਸੀ ਕਿ ਉਹ BA ਦੀ ਪੜ੍ਹਾਈ ਦਿਲ ਲਾ ਕੇ ਕਰ ਲਵੇ। ਉਹ ਵੀ ਕੇਸਰ ਦੇ ਪਿਆਰ ਵਿੱਚ ਹੁਣ ਮਾਪਿਆਂ ਨੂੰ ਘੱਟ ਹੀ ਯਾਦ ਕਰਦੀ ਸੀ। ਜਗਰੂਪ ਦੇ ਸ਼ਾਂਤ ਜੀਵਨ ਵਿੱਚ ਅਚਾਨਕ ਇੱਕ ਗੜਬੜ ਆ ਗਈ। ਸਹੁਰੇ ਘਰ ਵਿੱਚ ਇਹ ਤੀਜੀ ਰਾਤ ਸੀ ਜਿਹੜੀ ਉਸਨੇ ਕੇਸਰ ਤੋਂ ਬਿਨਾਂ ਇਕੱਲਿਆਂ ਕੱਟੀ ਸੀ। ਉਹ ਸਬ ਡਿਵੀਜ਼ਨ ਦੀਆਂ ਖੇਡਾਂ 'ਤੇ ਜਲੰਧਰ ਗਿਆ ਹੋਇਆ ਸੀ। ਤਾਰਾ ਉਸ ਦੇ ਕੋਲ ਸੁੱਤਾ ਪਿਆ ਸੀ। ਰਾਤ ਵੇਲੇ ਉਸ ਨੂੰ ਖੁੱਲ੍ਹੀ ਵਾਰੀ ਥਾਣੀ ਇੱਕ ਮਰਦ ਦਾ ਝੋਲਾ ਪਿਆ, ਝੋਲੇ ਤੋਂ ਭਾਵ ਮਰਦ ਦਾ ਭੁਲੇਖਾ ਪਿਆ। ਉਹ ਸਿਰ ਤੋਂ ਪੈਰਾਂ ਤੱਕ ਕੰਬ ਗਈ ਅਤੇ ਚੋਰ ਵੀ ਨਾ ਪੁਕਾਰ ਸਕੀ। ਦੂਜੇ ਚੁਬਾਰੇ ਵਿੱਚ ਤੇਜ ਕੌਰ ਗੁੱਡੂ ਸਮੇਤ ਪਈ ਸੀ। ਪਰਛਾਵਾਂ ਦੂਜੇ ਚੁਬਾਰੇ ਦਾ ਦਰਵਾਜ਼ਾ ਖੋਲ੍ਹ ਕੇ ਅਲੋਪ ਹੋ ਗਿਆ। ਉਹ ਰਤਨ ਸਿੰਘ ਨਹੀਂ ਸੀ। ਉਹ ਹਮੇਸ਼ਾ ਖੰਘ ਕੇ ਆਉਂਦਾ ਸੀ। ਉਹ ਆਪਣੇ ਸਹੁਰੇ ਨੂੰ ਜਗਾਉਣ ਲਈ ਬੂਹਾ ਖੋਲ੍ਹ ਕੇ ਧੜਕਦੇ ਦਿਲ ਨਾਲ ਹੌਲੀ ਹੌਲੀ ਪੌੜੀਆਂ ਉਤਰ ਕੇ ਸਵਾਤ ਵਿੱਚ ਪਹੁੰਚੀ, ਪਰ ਉਸ ਦਾ ਮੰਜਾ ਖਾਲੀ ਸੀ। ਇਹ ਦੇਖ ਕੇ ਉਸ ਦਾ ਸਰੀਰ ਝੂਠਾ ਪੈ ਗਿਆ। ਉਸਨੇ ਸਮਝ ਲਿਆ ਕਿ ਉਹ ਤੇਜੋ ਕੋਲ ਗਿਆ ਹੈ। ਸੱਸ ਦੇ ਦਰਦ ਨਾਲ ਘਬਰਾਉਣ ਦੀ ਆਵਾਜ਼ ਸੁਣ ਕੇ ਉਸਨੇ ਉਸ ਨੂੰ ਦੱਸਣਾ ਚਾਹਿਆ, ਪਰ ਇਸ ਤੋਂ ਪਹਿਲਾਂ ਉਸਨੇ ਕੇਸਰ ਨੂੰ ਦੱਸਣਾ ਠੀਕ ਸਮਝਿਆ। ਫਿਰ ਉੱਪਰ ਆ ਕੇ ਉਸਨੇ ਦਰਵਾਜ਼ੇ ਦੀ ਕੁੰਡੀ ਲਾ ਲਈ। ਉਹ ਸੋਚ ਰਹੀ ਸੀ ਕਿ ਬਘਿਆੜ ਸਹੁਰਾ ਉਸ ਵੱਲ ਨਾ ਹੀ ਆ ਜਾਵੇ। ਉਹ ਸੋਚ ਰਹੀ ਸੀ ਕਿ ਬਘਿਆੜ ਸਹੁਰਾ ਰਾਖਸ਼ ਆਦਮੀ ਉਹ ਵੀ ਕਿਤੇ ਮੇਰੇ ਕਮਰੇ ਵੱਲ ਨਾ ਆ ਜੇ, ਮੇਰੇ ਚੁਬਾਰੇ ਵੱਲ ਨਾ ਆ ਜੇ। ਇਸ ਕਰਕੇ ਉਸਨੇ ਦਰਵਾਜ਼ੇ ਦੀ ਕੁੰਡੀ ਜਿਹੜੀ ਉਹ ਲਗਾ ਲਈ, ਕਿਉਂਕਿ ਉਹ ਉਸ ਦੀ ਜਠਾਣੀ ਤੇਜੋ ਦੇ ਕਮਰੇ ਵੱਲ ਗਿਆ ਸੀ। ਹਾਂਜੀ, ਉਸ ਦਾ ਦਿਲ ਬੁਰੀ ਤਰ੍ਹਾਂ ਧੜਕ ਰਿਹਾ ਸੀ। ਫਿਰ ਉਸਨੇ ਇਹ ਪੱਕਾ ਕਰਨਾ ਚਾਹਿਆ ਕਿ ਉਹ ਉਸ ਦਾ ਸਹੁਰਾ ਹੀ ਸੀ। ਉਸਨੇ ਬਾਰੀ ਦੀ ਝੀਖ ਰਾਹੀਂ ਦੇਖਿਆ ਕਿ ਇਹ ਉਸ ਦਾ ਸਹੁਰਾ ਹੀ ਸੀ। ਇਹ ਦੇਖ ਕੇ ਉਸ ਨੂੰ ਘਮੇਰਨੀ ਆ ਗਈ। ਉਹ ਸਾਹ ਸਤਹੀਣ ਹੋਈ ਮੰਜੇ ਉੱਤੇ ਡਿੱਗ ਪਈ। ਉਸ ਦੀ ਅੱਖ ਵੀ ਨਾ ਲੱਗੀ ਅਤੇ ਭੈੜੇ ਸੁਪਨੇ ਉਸ ਨੂੰ ਪਰਛਾਵੇਂ ਨੇ ਗਲੋਂ ਆ ਫੜਿਆ। ਉਸ ਦੇ ਮੂੰਹੋਂ ਆਵਾਜ਼ ਵੀ ਨਹੀਂ ਸੀ ਨਿਕਲ ਰਹੀ ਅਤੇ ਨਾ ਹੀ ਉਸ ਦੀ ਬਾਂਹ ਹਿੱਲ ਰਹੀ ਸੀ। ਉਸਨੇ ਵਾਹਿਗੁਰੂ ਸਤਨਾਮ ਕਿਹਾ ਅਤੇ ਤਾਰੇ ਨੂੰ ਜਗਾ ਲਿਆ। ਉਹ ਹਾਲੇ ਵੀ ਡਰੀ ਹੋਈ ਸੀ। ਉਸ ਨੂੰ ਫਿਰ ਨੀਂਦ ਆ ਗਈ ਅਤੇ ਸਵੇਰੇ ਤੇਜੋ ਬੂਹਾ ਠਕੋਰ ਕੇ ਉਸ ਨੂੰ ਜਗਾ ਗਈ। ਉਸ ਦਾ ਸਿਰ ਦਰਦ ਕਰ ਰਿਹਾ ਸੀ। ਉਸਨੇ ਆਪਣੀ ਸੱਸ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਉਸਨੇ ਉਸ ਨੂੰ ਕਿਹਾ ਕਿ ਉਸ ਨੂੰ ਜਾਪਦਾ ਹੈ ਕਿ ਉਹ ਰਾਤੀ ਚੁਬਾਰੇ ਵਿੱਚ ਤੁਰਦੀ ਫਿਰਦੀ ਰਹੀ ਹੈ। ਜਗਰੂਪ ਨੇ ਚੋਰਾਂ ਵਾਂਗ ਸਵਾਤ ਵਿੱਚ ਮੂੰਹ ਧੋਂਦੇ ਸਹੁਰੇ ਵੱਲ ਦੇਖਿਆ ਅਤੇ ਉਸਨੇ ਉਸ ਨੂੰ ਤਾੜ ਲਿਆ। ਸਹੁਰੇ ਦੀਆਂ ਲਾਲ ਸੂਹੀਆਂ ਅੱਖਾਂ ਉਸ ਵੱਲ ਗੁੱਸੇ ਨਾਲ ਵੇਖ ਰਹੀਆਂ ਸਨ। ਉਹ ਚੁੱਲ੍ਹੇ ਅੱਗੇ ਬੈਠੀ ਕੰਬ ਰਹੀ ਸੀ। 9 ਵਜੇ ਦੁੱਲਾ ਸਿੰਘ ਨੇ ਉਸ ਨੂੰ ਰੋਟੀ ਪਕਾਉਣ ਵਿੱਚ ਦੇਰ ਕਰਨ 'ਤੇ ਝਿੜਕਿਆ। ਉਹ ਔਖਾ ਹੋ ਕੇ ਕਹਿ ਰਿਹਾ ਸੀ ਕਿ ਉਸਨੇ ਸ਼ਹਿਰ ਤਰੀਕ ਭੁਗਤਣ ਲਈ ਜਾਣਾ ਹੈ, ਜਦ ਕਿ ਉਸਨੇ ਇਸ ਬਾਰੇ ਪਹਿਲਾਂ ਨਹੀਂ ਸੀ ਦੱਸਿਆ। ਉਹ ਬਿਨਾਂ ਰੋਟੀ ਖਾਧੇ ਹੀ ਸ਼ਹਿਰ ਵੱਲ ਤੁਰ ਪਿਆ। ਜਗਰੂਪ ਨੂੰ ਡੁਸਕਦੀ ਵੇਖ ਕੇ ਉਸ ਦੀ ਸੱਸ ਨੇ ਉਸ ਨੂੰ ਹੌਸਲਾ ਦਿੱਤਾ। ਦੁਪਹਿਰ ਨੂੰ ਹੁੰਦੀ ਦੇਖ ਕੇ ਕੇਸਰ ਵੀ ਘਰ ਆ ਗਿਆ। ਜਗਰੂਪ ਨੇ ਅੱਜ ਤੇਜੋ ਵੱਲ ਵੀ ਨਾ ਦੇਖਿਆ। ਉਹ ਇਸ ਸ਼ੱਕ ਵਿੱਚ ਚਿੰਤਾ ਤੁਰ ਜਾਪ ਰਹੀ ਸੀ। ਜਗਰੂਪ ਦੀ ਸ਼ਕਲ ਵੇਖ ਕੇ ਘਰ ਆਏ ਕੇਸਰ ਨੂੰ ਜਾਪਿਆ ਜਿਵੇਂ ਉਹ ਉਸਦੇ ਵਿਛੋੜੇ ਕਾਰਨ ਉਦਾਸ ਹੋਵੇ। ਉਹ ਉਸ ਦੇ ਗਲ ਲੱਗ ਕੇ ਰੋਣ ਲੱਗ ਪਈ, ਪਰ ਉਸਨੇ ਉਸ ਨੂੰ ਕੁਝ ਨਾ ਦੱਸਿਆ। ਜਗਰੂਪ ਨਾਲ ਤੇਜੋ ਦਾ ਸਾੜਾ ਹੁਣ ਕਾਫੀ ਜ਼ਿਆਦਾ ਵੱਧ ਗਿਆ ਸੀ ਅਤੇ ਨਾਲ ਹੀ ਸਹੁਰੇ ਦਾ ਸਖਤ ਰਵੱਈਆ ਵੀ। ਇਸੇ ਤਰ੍ਹਾਂ ਹੀ ਕਰੜਾਈ ਕਦੇ ਤੇਜੋ ਨਾਲ ਵੀ ਵਰਤੀ ਗਈ ਸੀ। ਉਹ ਆਪਣੀ ਦਰਾਣੀ ਦਾ ਨਿਰਾਦਰ ਦੇਖ ਕੇ ਅੰਦਰੋਂ ਪ੍ਰਸੰਨ ਸੀ। ਦੁੱਲਾ ਸਿੰਘ ਨੇ ਤੇਜੋ ਵਾਲੇ ਹੱਥ ਕੰਡੇ ਜਗਰੂਪ ਉੱਤੇ ਵੀ ਵਰਤੇ। ਉਸਨੇ ਸਭ ਤੋਂ ਪਹਿਲਾਂ ਗੋਹਾ ਕੂੜਾ ਕਰਨ ਵਾਲੀ ਭਾਗੋ ਨੂੰ ਹਟਾ ਦਿੱਤਾ। ਉਸ ਦਾ ਸਹੁਰਾ
ਉਸ ਦਾ ਸਾਰਾ ਕੰਮ ਤੇਜੋ ਅਤੇ ਜਗਰੂਪ ਸਿਰ ਆ ਪਿਆ, ਪਰ ਜਗਰੂਪ ਨੇ ਹਾਰ ਨਾ ਮੰਨੀ। ਕੇਸਰ ਬੜਾ ਖਿਝਿਆ ਹੋਇਆ ਸੀ, ਪਰ ਜਗਰੂਪ ਨੇ ਉਸ ਨੂੰ ਇਸ ਬਾਰੇ ਕੁਝ ਨਾ ਕਰਨ ਦਿੱਤਾ। ਕੁਝ ਦਿਨਾਂ ਮਗਰੋਂ ਇਹ ਕੰਮ ਇਕੱਲੀ ਜਗਰੂਪ ਦੇ ਸਿਰ ਆ ਪਿਆ। ਸਾਰੇ ਟੱਬਰ ਦੇ ਕੱਪੜੇ ਧੋਣੇ, ਸਿਉਣੇ ਸਭ ਉਸ ਦੇ ਜਿੰਮੇ ਸਨ, ਪਰ ਬਿਨਾਂ ਮੱਥੇ ਵੱਟ ਪਾਏ ਉਹ ਇਹ ਸਾਰੇ ਕੰਮ ਕਰਦੀ ਰਹਿੰਦੀ। ਇਸੇ ਦੇ ਬਾਵਜੂਦ ਵੀ ਜਗਰੂਪ ਅਤੇ ਕੇਸਰ ਵਿੱਚ ਬਹੁਤ ਪਿਆਰ ਸੀ। ਇਹਨਾਂ ਦਿਨਾਂ ਵਿੱਚ ਹੀ ਜਗਰੂਪ ਨੂੰ ਮਾਲਣ ਦੀ ਚਿੱਠੀ ਮਿਲੀ, ਜਿਸ ਵਿੱਚ ਲਿਖਿਆ ਸੀ ਕਿ ਉਸ ਦੇ ਪਿਤਾ ਜੀ ਦੀ ਪੈਨਸ਼ਨ ਹੋ ਗਈ ਹੈ, ਉਹ ਨੂਰਪੁਰ ਆ ਰਹੇ ਹਨ। ਉਸਨੇ ਕੇਸਰ ਨੂੰ ਕਿਹਾ ਕਿ ਉਹ ਦੁੱਲਾ ਸਿੰਘ ਨੂੰ ਪੁੱਛ ਕੇ 10-20 ਦਿਨਾਂ ਲਈ ਉਸ ਨੂੰ ਪਿੰਡ ਛੱਡ ਆਵੇ। ਦੁੱਲਾ ਸਿੰਘ ਨੇ ਬਹੁਤ ਹੀ ਖੁਸ਼ੀ ਨਾਲ ਉਹਨਾਂ ਨੂੰ ਜਾਣ ਲਈ ਤਾਂ ਨਾ ਕਿਹਾ ਤੇ ਕੇਸਰ ਉਸ ਨੂੰ ਨੂਰਪੁਰ ਛੱਡ ਆਇਆ। ਸਤਵੰਤ ਸਹੁਰੇ ਘਰ ਆਈ ਹੋਈ ਸੀ। ਉਹ ਇੱਕ ਕੁੜੀ ਦੀ ਮਾਂ ਵੀ ਬਣ ਗਈ ਸੀ। ਥਾਣੇਦਾਰ ਮਨਮੋਹਨ ਸਿੰਘ ਧੀ ਦਾ ਬਾਪ ਹੋਣ 'ਤੇ ਵੀ ਨੱਕ ਬੁੱਲ ਮਾਰਨੋਂ ਨਹੀਂ ਸੀ ਹਟਦਾ। ਜਗਰੂਪ ਇੱਥੇ ਕੰਮ ਕੋਈ ਨਾ ਹੋਣ ਕਰਕੇ ਅਕੇਵਾਂ ਮਹਿਸੂਸ ਕਰਦੀ ਸੀ। ਕੇਸਰ ਨੇ ਉਸ ਨੂੰ ਐਤਵਾਰ ਨੂੰ ਲੈਣ ਆਉਣਾ ਸੀ, ਪਰ ਉਹ ਸ਼ਨੀਵਾਰ ਨੂੰ ਹੀ ਆ ਗਿਆ। ਉਹ ਮੁੜ ਸਹੁਰੇ ਘਰ ਆ ਗਈ। ਉਸ ਦੇ ਆਉਂਦਿਆਂ ਹੀ ਭਾਗੋ ਨੂੰ ਮੁੜ ਕੰਮ ਤੋਂ ਹਟਾ ਦਿੱਤਾ ਗਿਆ। ਤਾਰੇ ਨੇ ਉਸ ਨੂੰ ਦੱਸਿਆ ਕਿ ਉਸ ਦੇ ਜਾਣ ਮਗਰੋਂ ਬਾਪੂ ਕੇਸਰ ਨੂੰ ਗਾਲਾਂ ਕੱਢਦਾ ਹੋਇਆ ਕਹਿੰਦਾ ਸੀ ਕਿ ਉਹ ਚੱਜ ਅਚਾਰ ਦਾ ਹੋਵੇ ਤਾਂ ਉਹ ਆਥਣ ਨੂੰ ਦੂਜਾ ਵਿਆਹ ਕਰਵਾ ਦੇਵੇ। ਭਾਵ ਕਿ ਉਹ ਆਪਣੇ ਬੇਟੇ ਨੂੰ ਗਾਲਾਂ ਕੱਢ ਰਿਹਾ ਸੀ ਕੇਸਰ ਨੂੰ ਕਿ ਜੇ ਉਹ ਚੱਜ ਅਚਾਰ ਦਾ ਹੋਵੇ, ਭਾਵ ਕਿ ਕੋਈ ਚੰਗੇ ਕਰਮਾਂ ਵਾਲਾ ਹੋਵੇ, ਤਾਂ ਉਸ ਦਾ ਦੂਜਾ ਵਿਆਹ ਆਥਣ ਨੂੰ ਹੀ ਕਰਵਾ ਦੇਵੇਗਾ। ਕਿਉਂਕਿ ਜਿਹੜਾ ਜਗਰੂਪ ਹੈ ਉਹ ਉਸ ਦੇ ਸਹੁਰੇ ਦੇ ਨਾਲ ਆਪਣੀ ਸਹਿਮਤੀ ਜਿਹੜੀ ਉਹ ਪ੍ਰਗਟ ਨਹੀਂ ਸੀ ਕਰ ਰਹੀ, ਕਿਉਂਕਿ ਜਿਹੜੀ ਤੇਜੋ ਉਹ ਆਪਣੇ ਹੀ ਸਹੁਰੇ ਨੂੰ ਭੜਕਾ ਰਹੀ ਸੀ ਜਗਰੂਪ ਦੇ ਵਿਰੁੱਧ। ਹਾਂਜੀ, ਇਹ ਗੱਲ ਸੁਣਦਿਆਂ ਹੀ ਜਗਰੂਪ ਨੂੰ ਬਹੁਤ ਦੁੱਖ ਹੋਇਆ। ਜਗਰੂਪ ਨੂੰ ਆਪਣੇ ਅਨੁਸਾਰ ਚੱਲਦੀ ਨਾ ਵੇਖ ਕੇ ਦੁੱਲਾ ਸਿੰਘ ਹੋਛੇ ਹਥਿਆਰਾਂ ਉੱਤੇ ਉਤਰ ਆਇਆ। ਦੁੱਲਾ ਸਿੰਘ ਨੇ ਹੁਣ ਹਥਿਆਰ ਉਠਾਉਣੇ ਸ਼ੁਰੂ ਕਰ ਦਿੱਤੇ ਜਦੋਂ ਜਗਰੂਪ ਉਸ ਦੀ ਸ਼ਿਕਾਰ ਨਾ ਹੋਈ। ਉਸਨੇ ਸਹੁਰੇ ਜਾਂਦੀ ਆਪਣੀ ਛੋਟੀ ਧੀ ਗੁਰਦੇਵ ਨੂੰ ਜਗਰੂਪ ਦੀ ਸਿੰਗਰ ਮਸ਼ੀਨ ਚੁੱਕ ਕੇ ਫੜਾ ਦਿੱਤੀ ਅਤੇ ਘਰਦਿਆਂ ਨੂੰ ਕਿਹਾ ਕਿ ਉਹ ਸ਼ਹਿਰੋਂ ਨਵੀਂ ਲੈ ਕੇ ਆਵੇਗਾ। ਇਸ ਦੇ ਨਾਲ ਹੀ ਜਗਰੂਪ ਅੰਦਰੋਂ ਵੱਢੀ ਗਈ। ਉਹ ਚੁੱਪ ਰਹੀ। ਉਸਨੇ ਕੇਸਰ ਨੂੰ ਵੀ ਨਾ ਕੁਝ ਕਹਿਣ ਦਿੱਤਾ, ਇਸ ਲਈ ਨਵੀਂ ਮਸ਼ੀਨ ਵੀ ਨਾ ਆਈ। ਦੁੱਲਾ ਸਿੰਘ ਨੂੰ ਪਤਾ ਸੀ ਕਿ ਉਹ ਆਪਣੀ ਮਸ਼ੀਨ ਨਾਲ ਕੱਪੜੇ ਸਿਉਣ ਨਾਲ ਕਿੰਨਾ ਖਰਚਾ ਘਟ ਗਿਆ ਸੀ, ਪਰ ਹੁਣ ਉਹ ਖਰਚਾ ਵੱਧ ਗਿਆ ਹੈ, ਕਿਉਂਕਿ ਜਗਰੂਪ ਹੈ ਜਿਹੜੀ ਪਹਿਲਾਂ ਸਾਰੀ ਸਿਲਾਈ ਕਢਾਈ ਆਪਣੀ ਮਸ਼ੀਨ ਦੇ ਨਾਲ ਖੁਦ ਹੀ ਘਰ ਦੇ ਵਿੱਚ ਕਰ ਲੈਂਦੀ ਸੀ, ਅਤੇ ਹੁਣ ਮਸ਼ੀਨ ਜਾਣ ਦੇ ਕਾਰਨ ਉਹ ਸਾਰਾ ਖਰਚਾ ਜਿਹੜਾ ਉਹ ਵੱਧ ਚੁੱਕਿਆ। ਹਾਂਜੀ, ਅਸਲ ਵਿੱਚ ਉਸ ਦੇ ਸਾਹਮਣੇ ਬਚਤ ਜਾਂ ਉਜਾੜਾ ਨਹੀਂ ਸੀ, ਸਗੋਂ ਹਾਬੜੀ ਹੋਈ ਕਾਮਨਾ ਸੀ। ਉਹ ਆਪਣੀ ਕਾਮ ਵਾਸ਼ਨਾ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ ਜਗਰੂਪ ਨੂੰ, ਪਰ ਜਗਰੂਪ ਹੈ ਜਿਹੜੀ ਉਹ ਕਿਸੇ ਵੀ ਹਾਲਾਤ ਦੇ ਵਿੱਚ ਉਸ ਦੇ ਨਾਲ ਸਹਿਮਤੀ ਜਿਹੜੀ ਉਹ ਪ੍ਰਗਟ ਨਹੀਂ ਕਰਦੀ, ਜਿਸ ਕਰਕੇ ਦੁੱਲਾ ਸਿੰਘ ਹੈ ਆਪਣੇ ਹੱਥ ਕੰਡੇ ਅਪਣਾ ਰਿਹਾ। ਹਾਂਜੀ, ਅੱਗੇ ਹੈਗਾ ਮਸ਼ੀਨ ਦੇ ਮਾਮਲੇ ਵਿੱਚ ਕੇਸਰ ਉਸ ਨਾਲ ਕਲੇਸ਼ ਕਰਨ ਲਈ ਤਿਆਰ ਸੀ, ਪਰੰਤੂ ਜਗਰੂਪ ਅਜਿਹਾ ਨਾ ਕਰਨ ਦਿੰਦੀ। ਜਦੋਂ ਦੁੱਲਾ ਸਿੰਘ ਦੀਆਂ ਵਧੀਕੀਆਂ ਅਸਫਲ ਰਹੀਆਂ ਤਾਂ ਇੱਕ ਦਿਨ ਉਸਨੇ ਜਗਰੂਪ ਨੂੰ ਲੋਕਾਂ ਕੋਲ ਘਰ ਦੀਆਂ ਚੁਗਲੀਆਂ ਕਰਨ ਵਿਰੁੱਧ ਧਮਕੀ ਦਿੱਤੀ, ਪਰ ਉਹ ਬਿਲਕੁਲ ਨਾ ਡਰੀ। ਜਗਰੂਪ ਨੇ ਉਸ ਦਿਨ ਤੋਂ ਗੁਆਂਢਣਾਂ ਨਾਲ ਗੱਲਬਾਤ ਘਟਾ ਦਿੱਤੀ। ਜਦੋਂ ਉਸ ਦੀ ਇਸ ਕਾਰਵਾਈ ਨੇ ਵੀ ਕੰਮ ਨਾ ਕੀਤਾ ਤਾਂ ਉਸਨੇ ਮਿੱਠਾ ਬਣਦਿਆਂ ਉਸ ਨੂੰ ਇੱਕ ਵਧੀਆ ਸੂਟ ਲਿਆ ਕੇ ਦਿੱਤਾ, ਪਰ ਉਸਨੇ ਉਸ ਨੂੰ ਹੱਥ ਵੀ ਨਾ ਲਾਇਆ। ਉਹ ਹੁਣ ਜਗਰੂਪ ਨੂੰ ਵਡਿਆਉਣ ਦੇ ਲਈ, ਉਹਨੂੰ ਆਪਣੀ ਬਣਾਉਣ ਦੇ ਲਈ ਕੀ ਕਰਦਾ, ਇੱਕ ਸੂਟ ਲਿਆ ਕੇ ਦਿੰਦਾ, ਪਰ ਉਹ ਉਸ ਨੂੰ ਦੇਖਦੀ ਤੱਕ ਨਹੀਂ, ਹੱਥ ਤੱਕ ਨਹੀਂ ਲਗਾਉਂਦੀ ਉਸ ਸੂਟ ਨੂੰ। ਉਸ ਦੀ ਮਸ਼ੀਨ ਵੀ ਆ ਗਈ, ਪਰ ਜਗਰੂਪ ਵਿੱਚ ਤਬਦੀਲੀ ਨਾ ਆਈ। ਇੱਕ ਦਿਨ ਦੁੱਲਾ ਸਿੰਘ ਮੁਸਕਰਾਉਂਦਿਆਂ ਜਗਰੂਪ ਨੂੰ ਦੇਖ ਕੇ ਭੁਲੇਖਾ ਖਾ ਗਿਆ। ਜਗਰੂਪ ਬਾਲਣ ਲਈ ਹਵੇਲੀ ਪਹੁੰਚੀ ਤਾਂ ਦੁੱਲਾ ਸਿੰਘ ਵੀ ਉੱਥੇ ਆ ਪਹੁੰਚਿਆ। ਪਸ਼ੂਆਂ ਵਾਲੇ ਅੰਦਰ ਉਹ ਪਸ਼ੂ ਹੀ ਬਣ ਗਿਆ। ਜਗਰੂਪ ਬੇਹੱਦ ਗੁੱਸੇ ਵਿੱਚ ਘੁੰਡ ਚੁੱਕ ਕੇ ਉਸ ਵੱਲ ਵਧੀ ਤਾਂ ਉਹ ਪਿੱਛੇ ਹਟ ਗਿਆ।
ਉਸਨੇ ਉਸ ਨੂੰ ਲਾਹਨਤ ਪਾਈ ਤਾਂ ਇੱਕਦਮ ਉਹ ਚੁੱਪ ਕਰ ਗਿਆ, ਜਿਸ ਨੂੰ ਦੇਖ ਕੇ ਉਸਨੇ ਬੇਜ਼ਬਾਨ ਬੱਕਰੀ ਸਮਝਿਆ ਸੀ, ਉਹ ਇੱਕ ਸ਼ੇਰਨੀ ਨਿਕਲੀ। ਉਹ ਬਾਲਣ ਵਾਲਾ ਟੋਕਰਾ ਸੁੱਟ ਕੇ ਉੱਥੋਂ ਦੌੜ ਗਈ। ਉਸਨੇ ਕਿਹਾ ਕਿ ਅੱਜ ਉਹ ਉਸ ਦੀਆਂ ਕਰਤੂਤਾਂ ਨਸਰ ਕਰੇਗੀ, ਭਾਵ ਕਿ ਉਸ ਦੀਆਂ ਕਰਤੂਤਾਂ ਨੇ ਜਿਹੜੀਆਂ ਉਹ ਲੋਕਾਂ ਦੇ ਸਾਹਮਣੇ ਰੱਖੇਗੀ। ਦੁੱਲਾ ਸਿੰਘ ਨੂੰ ਆਪਣੀ ਕਰਤੂਤ ਦੇ ਨਸ਼ਰ ਹੋਣ ਦਾ ਫਿਕਰ ਲੱਗ ਪਿਆ। ਉਸ ਨੂੰ ਕੁਝ ਨਹੀਂ ਸੀ ਸੁੱਝ ਰਿਹਾ ਕਿ ਉਹ ਕੀ ਕਰੇ। ਉਸਨੇ ਘਰ ਆ ਕੇ ਉਸ ਉੱਤੇ ਝੂਠੀ ਉਂਝ ਲਾਈ ਕਿ ਉਹ ਹਵੇਲੀ ਵਿੱਚ ਬਾਲਣ ਲੈਣ ਨਹੀਂ ਸਗੋਂ ਯਾਰ ਨੂੰ ਮਿਲਣ ਗਈ ਸੀ। ਉਸਨੇ ਕਿਹਾ ਕਿ 2 ਮਿੰਟ ਦੀ ਕਸਰ ਰਹਿ ਗਈ ਸੀ ਕਿ ਉਹ ਉੱਥੇ ਦੋਹਾਂ ਦੇ ਹੀ ਟੋਟੇ ਕਰ ਦਿੰਦਾ। ਉਸਨੇ ਹੋਰ ਕਿਹਾ ਕਿ ਉਹ ਕਿਨਾਰਾ ਕਰੇ, ਉਹ ਮੁੰਡਾ ਕਿਸੇ ਹੋਰ ਥਾਂ ਵਿਆਹ ਦੇਵੇਗਾ। ਉਹ ਹੁਣ ਕੀ ਕਹਿ ਰਿਹਾ, ਕਹਿੰਦਾ ਉਹ ਉਸ ਤੋਂ ਕਿਨਾਰਾ ਕਰੇ, ਭਾਵ ਕਿ ਮੇਰੇ ਬੇਟੇ ਨੂੰ ਤਲਾਕ ਦੇ ਦੇਵੇ ਅਤੇ ਮੈਂ ਆਪਣਾ ਬੇਟਾ ਜਿਹੜਾ ਉਹ ਕਿੱਥੇ ਹੋਰ ਵਿਆਹ ਲਾਂਗਾ। ਉਹ ਉਸ 'ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਹੈ ਜਿਹੜੇ ਉਹ ਲਗਾ ਰਿਹਾ। ਇਹ ਉਂਝ ਸੁਣ ਕੇ ਜਗਰੂਪ ਦਾ ਸਾਰਾ ਜੋਸ਼ ਮੱਠਾ ਪੈ ਗਿਆ ਅਤੇ ਉਹ ਗੂੰਗੀ ਹੋ ਗਈ। ਉਸ ਦੀ ਵੱਡੀ ਧੀ ਮੁਖਤਿਆਰੋ ਸੁਣ ਕੇ ਮੂੰਹ ਵਿੱਚ ਉਂਗਲਾਂ ਲੈ ਰਹੀ ਸੀ। ਘਰਦਿਆਂ ਨੂੰ ਬੇਸ਼ੱਕ ਉਸ ਦੇ ਬੇਗਨਾਹ ਹੋਣ ਦਾ ਵਿਸ਼ਵਾਸ ਸੀ, ਪਰੰਤੂ ਉਹਨਾਂ ਵਿੱਚ ਜੇਰਾ ਨਹੀਂ ਸੀ। ਜਗਰੂਪ ਨੇ ਕਿਹਾ ਕਿ ਉਹ ਕੇਸਰ ਨੂੰ ਆ ਲੈਣ ਦੇਵੇ, ਫਿਰ ਸੱਚ ਝੂਠ ਦਾ ਨਿਤਾਰਾ ਹੋ ਜਾਵੇਗਾ। ਇਹ ਸੁਣ ਕੇ ਦੁੱਲਾ ਸਿੰਘ ਨੇ ਉਸ ਨੂੰ ਘਰੋਂ ਨਿਕਲ ਜਾਣ ਲਈ ਕਿਹਾ। ਉਹ ਉਸ ਨੂੰ 1 ਮਿੰਟ ਵੀ ਘਰ ਨਹੀਂ ਸੀ ਰਹਿਣ ਦੇਣਾ ਚਾਹੁੰਦਾ। ਉਹ ਸਮਝਦਾ ਸੀ ਕਿ ਜੇਕਰ ਉਸ ਨੂੰ ਕੇਸਰ ਦੇ ਆਉਣ ਤੋਂ ਪਹਿਲਾਂ ਘਰੋਂ ਨਾ ਤੋਰਿਆ ਤਾਂ ਸਾਰਾ ਕੰਮ ਖਰਾਬ ਹੋ ਜਾਵੇਗਾ। ਜਦੋਂ ਜਗਰੂਪ ਨੇ ਕਿਹਾ ਕਿ ਉਹ ਕੇਸਰ ਦੇ ਆਉਣ ਤੋਂ ਪਹਿਲਾਂ ਘਰੋਂ ਨਹੀਂ ਨਿਕਲੇਗੀ ਤਾਂ ਉਸਨੇ ਉਸ ਨੂੰ ਬਾਹੋਂ ਫੜ ਕੇ ਧੂਣਾ ਸ਼ੁਰੂ ਕਰ ਦਿੱਤਾ। ਜਗਰੂਪ ਨੇ ਦੁਹਾਈ ਪਾਈ, ਕੋਈ ਵੀ ਉਸ ਦੀ ਮਦਦ ਕਰਨ ਲਈ ਨਾ ਦੌੜਿਆ। ਜਦੋਂ ਉਹ ਉਸ ਨੂੰ ਧੂੰਦਾ ਹੋਇਆ ਬਾਹਰਲੀ ਡਿਊਟੀ ਤੱਕ ਲੈ ਆਇਆ ਤਾਂ ਇਸ ਸਮੇਂ ਹੀ ਬਾਹਰ ਨਿਕਲੇ ਗੁਆਂਢੀ ਤੇ ਗੁਆਂਢਣਾ ਵੀ ਉਸ ਦੀ ਮਦਦ ਨਾ ਕਰ ਸਕੇ, ਪਰ ਸਾਰੇ ਉਸ ਕਮੀਨੇ ਬੰਦੇ ਨੂੰ ਬੁਰਾ ਕਹਿ ਰਹੇ ਸਨ। ਦੁੱਲਾ ਸਿੰਘ ਨੇ ਜਗਰੂਪ ਨੂੰ ਬਾਹਰ ਗਲੀ ਵਿੱਚ ਭਗਾ ਕੇ ਬੂਹੇ ਬੰਦ ਕਰਕੇ ਕੁੰਡੀ ਲਗਾ ਲਈ। ਉਸਨੇ ਵਾਰ-ਵਾਰ ਬੂਹੇ ਨੂੰ ਧੱਕੇ ਮਾਰੇ, ਮੁਖਤਿਆਰੋ ਤੇਜੋ ਨੂੰ ਪੁਕਾਰਿਆ, ਪਰ ਕਿਸੇ ਨੇ ਵੀ ਬੂਹਾ ਨਾ ਖੋਲ੍ਹਿਆ। ਫਿਰ ਇੱਕ ਹੌਸਲੇ ਵਾਲੀ ਗੁਆਂਢਣ ਨੇ ਉਸ ਨੂੰ ਕੇਸਰ ਦੇ ਆਉਣ ਤੱਕ ਆਪਣੇ ਕੋਲ ਬੈਠਣ ਲਈ ਕਿਹਾ, ਪਰ ਉਹ ਅਜਿਹਾ ਕਰਨ ਲਈ ਨਾ ਮੰਨੀ। ਉਹ ਪਿੰਡ ਦੀ ਨਿਆਈ ਵਿੱਚੋਂ ਹੁੰਦੀ ਹੋਈ ਪ੍ਰਾਇਮਰੀ ਸਕੂਲ ਕੋਲ ਪਹੁੰਚੀ। ਉਸਨੇ ਤਾਰੇ ਨੂੰ ਸਕੂਲੋਂ ਬੁਲਾਇਆ ਅਤੇ ਉਸ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਤਾਰੇ ਦੇ ਪੁੱਛਣ ਉੱਤੇ ਉਸਨੇ ਦੱਸਿਆ ਕਿ ਉਸ ਨੂੰ ਦੁੱਲਾ ਸਿੰਘ ਨੇ ਮਾਰਿਆ ਹੈ। ਉਹ ਰਾਹ ਤੋਂ ਇੱਕ ਪਾਸੇ ਬੇਰੀ ਹੇਠਾਂ ਜਾ ਬੈਠੇ। ਠੰਡ ਦਾ ਮੌਸਮ ਸੀ। ਉਹ ਮੁੜ ਕੇ ਉਸ ਪਾਪੀ ਦੇ ਮੱਥੇ ਨਹੀਂ ਲੱਗਣਾ ਸੀ ਚਾਹੁੰਦੀ। ਇਸ ਸਾਰੀ ਘਟਨਾ ਦੇ ਦੌਰਾਨ ਜਿਹੜਾ ਦੁੱਲਾ ਸਿੰਘ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਗੰਦਾ ਚਰਿੱਤਰ ਉਹ ਸਾਹਮਣੇ ਆ ਜਾਂਦਾ ਅਤੇ ਜਗਰੂਪ ਉਹਦੀਆਂ ਸਾਰੀਆਂ ਕਰਤੂਤਾਂ ਤੋਂ ਜਾਣੂ ਹੋ ਜਾਂਦੀ ਹੈ ਅਤੇ ਉਹ ਜਗਰੂਪ ਦੇ ਚਰਿੱਤਰ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਹੈ ਜਿਹੜੇ ਉਹ ਲਗਾਉਂਦਾ ਹੈ। ਹਾਂਜੀ, ਧੰਨਵਾਦ।